Hello दोस्तों, welcome to Siddhi Punjab. Today we are going to discuss the current affairs from 7th to 8th November. ਅੱਗੇ ਵਧਣ ਤੋਂ ਪਹਿਲਾਂ I would like to inform you about all the courses that we are running. ਦੇਖੋ ਤੁਹਾਡੇ benefit ਲਈ ਤੁਹਾਡਾ syllabus completion ਲਈ ਤੁਹਾਡੀ revision ਲਈ various set of programs we have launched. 14 ਨਵੰਬਰ ਤੋਂ fresh world history ਦਾ batch ਜਿਹੜਾ ਹੈ ਸ਼ੁਰੂ ਹੋਣ ਵਾਲਾ ਹੈ 3 ਤੋਂ 5 PM ਸਾਰਾ world history ਦਾ syllabus complete ਕਰਾਂਗੇ ਤਾਂ ਕਿ ਤੁਸੀਂ prelims mains essay interview everywhere you can use the world history concepts and you can get good marks ठीक है ਇਹਦੇ ਚੋਂ personalities events use ਕਰਕੇ ਆਪਦੇ essays ਨੂੰ highlight ਕਰ ਸਕਦੇ ਹੋ and also you can use it to understand the IR part better ਠੀਕ ਹੈ ਜੀ ਉਸ ਤੋਂ ਬਾਅਦ if you want to revise your syllabus take the test series it will help you clarify your concepts ਠੀਕ ਹੈ ਜੀ ਉਸ ਤੋਂ ਬਾਅਦ if you are feeling difficult to study ਕਿ ਪੜ੍ਹਨਾ ਕਿਵੇਂ ਹੈ ਕਿੱਥੋਂ ਪੜ੍ਹੀਏ ਕਿਸ ਤਰੀਕੇ ਨਾਲ ਇਫੈਕਟਿਵ ਨੋਟ ਮੇਕਿੰਗ ਕਰੀਏ that actually translates into your answers directly ਤਾਂ ਉਹਦੇ ਲਈ ਕਰਨਾ ਕੈਸੇ ਹੈ ਪ੍ਰੋਗਰਾਮ ਜੁਆਇਨ ਕਰੋ ਕਾਫੀ ਹੈਲਪ ਕਰੇਗਾ ਤੁਹਾਡੀ ਪ੍ਰੈਪਰੇਸ਼ਨ ਨੂੰ ਸਟ੍ਰੀਮਲਾਈਨ ਕਰਨ ਲਈ ਰਾਈਟ ਆਲ ਦਾ ਟੌਪਰ ਟਿਪਸ ਆਰ ਇਨਕਲੂਡਡ ਇਨ ਦਿਸ ਪ੍ਰੋਗਰਾਮ ਤਾਂ ਕਿ ਤੁਸੀਂ ਹਰ ਫੇਜ਼ ਤੇ ਯੂ ਹੈਵ ਦੈਟ ਮੈਂਟਰ ਯੂ ਹੈਵ ਦੈਟ ਗਾਈਡ ਟੂ ਗਾਈਡ ਯੂ ਤੇ ਹਰ ਵੇਲੇ ਤੁਹਾਡੇ ਕੋਲ ਮੈਂਟਰ ਵੀ ਰਹੇਗਾ ਯੂ ਕੈਨ ਕਾਲ ਮੈਸੇਜ ਐਟ ਐਨੀ ਟਾਈਮ ਇਫ ਯੂ ਹੈਵ ਐਨੀ ਕੁਐਰੀ ਰਾਈਟ ਸੋ ਡਾਇਰੈਕਟਲੀ ਤੁਸੀਂ ਡਿਸਕਸ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਕਰੰਟ ਅਫੇਅਰਸ ਬਹੁਤ ਇੰਪੋਰਟੈਂਟ ਹੈ ਪੰਜਾਬ ਦੇ ਇਵੈਂਟਸ ਪਾਲਿਸੀਜ਼ ਸਕੀਮਸ ਡਾਟਾ ਐਗਜ਼ਾਮਪਲਸ all of that is very important for you to write in your examination means ਦੇ ਆਨਸਰਾਂ ਵਿੱਚ ਲਿਖਣ ਲਈ ਇਸੇ ਲਈ ਇਹ ਕਰੰਟ ਅਫੇਅਰਸ ਦੀ ਮੈਗਜ਼ੀਨਸ ਬਹੁਤ ਇੰਪੋਰਟੈਂਟ ਹੈ it will cover your entire ਪੰਜਾਬ ਕਰੰਟ ਅਫੇਅਰਸ since the last 7-8 months ਠੀਕ ਹੈ ਸੋ ਇਹ ਤੁਸੀਂ ਜੁਆਇਨ ਕਰ ਸਕਦੇ ਹੋ ਸੋ ਇਹਨਾਂ ਸਭ ਦੇ ਕੋਰਸਿਸ ਦੀ ਜਾਣਕਾਰੀ ਲੈਣ ਲਈ ਜਸਟ ਗੋ ਔਨ www.siddhipunjab.com siddhipunjab.com ਤੇ ਜਾਓਗੇ ਉੱਥੇ ਕੋਰਸਿਸ ਸੈਕਸ਼ਨ ਵਿੱਚ ਯੂ ਹੈਵ ਟੂ ਗੋ ਐਂਡ देयर ਯੂ ਵਿਲ ਸੀ ਥੀਸ ਵੇਰੀਅਸ ਕੋਰਸਿਸ ਅਗਰ ਤੁਹਾਨੂੰ ਕੋਈ ਵੀ ਦਿੱਕਤ ਆਵੇ ਕੋਰਸ ਅਵੇਲ ਕਰਨ ਚ ਸਮਝਣ ਚ ਯੂ ਕੈਨ ਜਸਟ ਮੈਸੇਜ ਅਸ ਐਟ ਦਿਸ ਨੰਬਰ ਵੀ ਵਿਲ ਬੀ देयर ਟੂ ਹੈਲਪ ਯੂ 8837604500 right now let's see the topics of today kuch important topics we'll be discussing these five topics first is related to drug addiction बहुत ही important social issue है पंजाब दा questions can be there so latest study case studies आपने help आ सकती है to elevate our answer ठीक है जी ਉਸ ਤੋਂ ਬਾਅਦ ਚੀਫ ਇਨਫੋਰਮੇਸ਼ਨ ਕਮਿਸ਼ਨਰ ਇਸ ਤੇ ਨया ਚੀਫ ਇਨਫੋਰਮੇਸ਼ਨ ਕਮਿਸ਼ਨ ਜਿਹੜਾ ਹੈ ਉਹ ਅਪਾਇੰਟ ਹੋਇਆ ਹੈ ਇਹ ਤਾਂ ਐਸ ਸੱਚ ਫੈਕਚੁਅਲ ਇਨਫੋਰਮੇਸ਼ਨ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈ may be asked in prelims but बहुत कट chances है but the theory the static theory of quality behind CIC that is important वो ਆਪਾਂ cover ਕਰਾਂਗੇ ਬਹੁਤ ਪ੍ਰੀਸ ਤੇ ਮੇਨਸ ਵਿੱਚ ਪੁੱਛੀ ਜਾ ਸਕਦੀ ਹੈ then ਨਵੀਂ ਰਿਪੋਰਟ ਆਈ ਹੈ UNDP ਦੀ on India ਰਾਈਟ ਇਨਕਮ ਇਨਇਕੁਐਲਿਟੀ ਪਾਵਰਟੀ ਤੇ ਇਹਦੇ ਫਾਈਂਡਿੰਗਸ ਦੇਖ ਲਵਾਂਗੇ ਦੈਨ ਬਾਰਡਰ ਮੈਨੇਜਮੈਂਟ ਵਿੱਚ ਨਵਾਂ ਸਟੈਪ ਲਿੱਤਾ ਗਿਆ ਹੈ BSF ਦੁਆਰਾ ਇਹਨੂੰ ਦੇਖ ਲਾਂਗੇ ਐਜ਼ ਐਨ ਐਗਜ਼ਾਮਪਲ ਯੂਜ਼ ਕਰ ਸਕਦੇ ਆ ਆਪਾਂ ਐਂਡ ਫਾਈਨਲੀ ਇੰਡੀਆ ਨੇ ਫਿਲੀਪੀਨਸ ਨਾਲ ਡਿਫੈਂਸ ਟਾਈਜ਼ ਅੱਗੇ ਵਧਾਉਣ ਲਈ ਕੁਝ ਸਟੈਪਸ ਲਿੱਤੇ ਹੈ ਵਿਚ ਆਰ ਵੈਰੀ ਇੰਪੋਰਟੈਂਟ ਜਿਓ ਸਟ੍ਰੈਟੇਜਿਕਲੀ ਵੀ ਵਿਲ ਸੀ ਦਿਸ ਇਨ ਆਲਸੋ ਇਨ ਡਿਟੇਲ ਰਾਈਟ ਸੋ ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਸਾਡਾ ਚੈਨਲ ਵਿਦ ਐਜ਼ ਮੈਨੀ ਐਸਪੀਰੈਂਟਸ ਐਜ਼ ਯੂ ਕੈਨ right? And let's get into the discussion. Firozpur drive for rehabilitating drug addicts. Firozpur ਜਿਹੜਾ ਪੰਜਾਬ ਦਾ ਜ਼ਿਲ੍ਹਾ ਹੈ ਇਹਨਾਂ ਨੇ ਇੱਕ ਇੰਪੋਰਟੈਂਟ ਇਨੀਸ਼ੀਏਟਿਵ ਲਿੱਤਾ ਹੈ ਤੁਸੀਂ ਕਹਿ ਸਕਦੇ ਹੋ ਟੂ ਫਾਈਟ ਦੀ ਡਰਗ ਐਡਿਕਸ਼ਨ ਦਾ ਡਰਗ ਇਸ਼ੂ ਇਨ ਪੰਜਾਬ ਠੀਕ ਹੈ ਤੁਹਾਨੂੰ ਪਤਾ ਹੀ ਹੈ ਸਪੈਸ਼ਲੀ ਬਾਰਡਰ ਵਿਲੇजेस ਵਿੱਚ ਪੰਜਾਬ ਦੇ ਡਰਗਸ ਦੀ ਇਸ਼ੂ ਜਿਹੜਾ ਹੈ ਕਾਫੀ ਜ਼ਿਆਦਾ ਪ੍ਰੋਮਿਨੈਂਟ ਹੈ ਠੀਕ ਹੈ ਸੋ ਪੰਜਾਬ ਜਿਹੜਾ ਹੈ ਟਾਈਮ ਟੂ ਟਾਈਮ ਇਹ ਸਟੈਪਸ ਲੈਂਦਾ ਰਿਹਾ ਹੈ ਗਵਰਨਮੈਂਟ ਨੇ ਪਿਛਲੇ ਹੀ ਹਫਤੇ ਆਪਾਂ ਪੜਿਆ ਸੀ ਹੋਪ ਇਨੀਸ਼ੀਏਟਿਵ ਲਿੱਤਾ ਸੀ so different initiatives are being taken to fight the menace of you can say drug addiction in Punjab right so ਹੁਣ ਇਹ ਲੇਟੈਸਟ ਸਟੈਪ ਜਿਹੜਾ ਫਿਰੋਜ਼ਪੁਰ ਨੇ ਲਿੱਤਾ ਇਹਨੂੰ ਵੀ ਐਜ਼ ਐਨ ਐਗਜ਼ਾਮਪਲ ਆਪਾਂ ਯੂਜ਼ ਕਰ ਸਕਦੇ ਹਾਂ ਫਿਰੋਜ਼ਪੁਰ ਵਿੱਚ ਜਿਹੜੀ ਡਿਸਟ੍ਰਿਕਟ ਲੀਗਲ ਅਥਾਰਟੀ ਹੈ ਸਰਵਿਸਿਜ਼ ਅਥਾਰਟੀ ਹੈ ਉਹਨੇ ਕੈਂਪੇਨ ਸ਼ੁਰੂ ਕੀਤਾ ਹੈ ਟੂ ਫਾਈਟ ਟੂ ਰੀਹੈਬਿਲਿਟੇਟ ਡਰਗ ਐਡਿਕਟਸ to identify drug addicts counsel them give them rehabilitation facilities get them into de-addiction centers right so ਕਹਿਣ ਦਾ ਮਤਲਬ ਹੈ ਹਰ ਕੋਈ ਜੁਡੀਸ਼ੀਅਲ ਅਥਾਰਟੀਜ਼ ਵੀ ਇਹਨਾਂ ਦੀਆਂ ਪੰਜਾਬ ਦੇ ਵਿੱਚ ਆਪਣੇ ਹੈਲਪ ਕਰ ਰਹੀਆਂ ਹੈ ਵਰਕ ਕਰ ਰਹੀਆਂ ਟੂਵਰਡਸ ਪ੍ਰੀਵੈਂਟਿੰਗ ਡਰਗ ਐਡਿਕਸ਼ਨ ਠੀਕ ਹੈ ਸੋ ਐਜ਼ ਐਨ ਐਗਜ਼ਾਮਪਲ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ DLS ਇੱਕ ਬਹੁਤ ਇੰਪੋਰਟੈਂਟ ਬੋਡੀ ਹੈ ਜੁਡੀਸ਼ੀਅਲ ਸੈਕਟਰ ਵਿੱਚ ਆਈ ਹੋਪ ਯੂ ਮਾਈਟ ਹੈਵ ਸਟੱਡੀਡ ਦੀ ਪੋਲਿਟੀ ਬੇਸਿਕਸ ਯੂ ਵਿਲ ਨੋ ਦਿਸ ਰਾਈਟ ਸੋ ਉਸ ਕਰਕੇ ਇਨੀਸ਼ੀਏਟਿਵ ਇੰਪੋਰਟੈਂਟ ਹੈ ਜਸਟ ਯੂਜ਼ ਇਟ ਐਜ਼ ਐਨ ਐਗਜ਼ਾਮਪਲ ਨੈਕਸਟ ਹੈਗਾ ਨਿਊ ਚੀਫ ਇਨਫੋਰਮੇਸ਼ਨ ਕਮਿਸ਼ਨ
हीरालाल सामरिया स्वॉर्न इन, राइट? ये नाम अगर याद रख सकते हो तो ट्राई करो, क्योंकि पर्सनालिटी बेस्ड कदी कदी करंट अफेयर्स च क्वेश्चन आ जाते हैं, ऑल्दो बहुत ही फैक्चुअल है, बट अदरवाइज साडे कोल स्टैटिक इन्फॉर्मेशन करना सीआईसी बारे बहुत इंपॉर्टेंट है। देखो चीफ इन्फॉर्मेशन क्या है? इन्फॉर्मेशन कमिश्नर जिवें तुसीं कह सकते हो। 2005 विच इंडिया ने राइट टू इन्फॉर्मेशन एक्ट पास की सी, जिस च अपना इन्फॉर्मेशन लेना अपना अधिकार सिटीजन राइट डिक्लेयर किया गया सी। सो हुण इन्फॉर्मेशन दे नाल इन्फॉर्मेशन देन दे नाल अगर कोई भी इशू सिटीजन ਨੂੰ ਆਉਂਦਾ ਹੈ, ਅਗਰ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਮਿਲਦੀ, ਕੋਈ डिले कर रहा है, कोई इन्फॉर्मेशन नहीं दे रहा पब्लिक अथॉरिटी गवर्नमेंट अथॉरिटी, देन ओदियां कंप्लेंट्स किदे कोल जाणगियां? दे विल बी विद द सीआईसी। दैट इज बेसिकली द वर्क ऑफ चीफ इन्फॉर्मेशन कमिश्नर, राइट? सो हुण एदियां सारियां डिटेल्स आपां कर लैंदे आ। आरटीआई एक्ट दे बनिया है अंडर to fulfill the mandate of RTI. So it is a statutory body, it is not a constitutional body। question आ सकता है, ध्यान रखो। members कितने होंगे? एक चेयरपर्सन सीआईसी चीफ इन्फॉर्मेशन कमिश्नर होएगा, एंड बाकी अलग इन्फॉर्मेशन कमिश्नर्स होंगे ਜਿਹੜੇ कि 10 ਤੋਂ ਜ਼ਿਆਦਾ नहीं होने चाहिए, 10 तक मैक्सिमम हो सकते हैं। ਇਹਨਾਂ ਦੀ ਅਪਾਇੰਟਮੈਂਟ ਕਿਵੇਂ ਹੁੰਦੀ ਹੈ? 3 ਮੈਂਬਰ ਕਮੇਟੀ ਦੇ ਥਰੂ ਇਹਨਾਂ ਦੀ ਅਪਾਇੰਟਮੈਂਟ ਹੁੰਦੀ ਹੈ। ਪ੍ਰਾਈਮ ਮਿਨਿਸਟਰ ਜੀ ਦਾ ਚੇਅਰ ਹੁੰਦਾ ਹੈ, ਲੀਡਰ ਆਫ ਆਪੋਜੀਸ਼ਨ ਇਨ ਲੋਕ ਸਭਾ ਬੈਠਾ ਹੁੰਦਾ ਹੈ, ਐਂਡ ਕੈਬਨਿਟ ਮਿਨਿਸਟਰ ਅਪਾਇੰਟਡ ਬਾय ਪ੍ਰਾਈਮ ਮਿਨਿਸਟਰ ਰਹੇਗਾ। ਇਹਨਾਂ ਦੀ ਰਿਕਮੈਂਡੇਸ਼ਨ ਤੇ ਪ੍ਰੈਜ਼ੀਡੈਂਟ ਵਿਲ ਬੀ ਅਪਾਇੰਟਿੰਗ ਦੀ ਇਨਫੋਰਮੇਸ਼ਨ ਕਮਿਸ਼ਨਰਸ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਦੀ ਜੁਰਿਸਡਿਕਸ਼ਨ, ਸੀਆਈਸੀ ਦੀ ਅਗਰ ਜੁਰਿਸਡਿਕਸ਼ਨ ਦੀ ਗੱਲ ਕਰੀਏ ਆਪਾਂ, ਸਾਰੀਆਂ ਸੈਂਟਰਲ ਗਵਰਨਮੈਂਟ ਅਥਾਰਟੀਜ਼ ਜਿਹੜੀਆਂ ਇਹਦੇ ਅੰਡਰ ਆਉਂਦੀਆਂ, ਉਹਨਾਂ ਨੂੰ ਰਿਵਿਊ, ਇਨਕੁਆਇਰ, ਸਮਨ ਕੁਝ ਵੀ ਕਰ ਸਕਦਾ ਹੈ ਇਹ। मिनिस्ट्री ऑफ परसनल ਦੇ ਅੰਡਰ ਸੀਆਈਸੀ ਆਂਦੀ ਹੈ, ਰਾਈਟ? ਇਹ ਯਾਦ ਰੱਖਣਾ ਹੈ, ਬਹੁਤ ਵਾਰ ਆਪਾਂ ਭੁੱਲ ਜਾਂਦੇ ਹਾਂ, ਕੁਐਸਚਨ ਕੈਨ ਬੀ ਆਸਕਡ, ਰਾਈਟ? ਉਸ ਤੋਂ ਬਾਅਦ ਐਨੂਅਲ ਰਿਪੋਰਟਸ ਵੀ ਸੀਆਈਸੀ ਪ੍ਰੈਜ਼ੈਂਟ ਕਰਦੀ ਹੈ ਟੂ ਸੈਂਟਰਲ ਗਵਰਨਮੈਂਟ, ਰਾਈਟ? ਬਹੁਤ ਸਾਰੀ ਅਥਾਰਟੀਜ਼ ਹੈ ਜਿਹੜੀਆਂ ਸਿੱਧਾ ਪ੍ਰੈਜ਼ੀਡੈਂਟ ਨੂੰ ਦਿੰਦੀਆਂ ਨੇ, ਬਟ ਦਿਸ ਬੋਡੀ ਦਿਸ ਇਜ਼ ਸਰਵਿੰਗ ਦ ਐਨੂਅਲ ਰਿਪੋਰਟ ਟੂ ਸੈਂਟਰ, ਸੈਂਟਰਲ ਗਵਰਨਮੈਂਟ ਨੂੰ ਦੇਣਗੇ ਇਹ, ਐਂਡ ਸੈਂਟਰਲ ਗਵਰਨਮੈਂਟ ਵਿਲ ਲੇ ਦ ਰਿਪੋर्ट इन फ्रंट ऑफ द पार्लियामेंट। पार्लियामेंट ਨੂੰ ਵੀ ਦਿਖਾਣਾ ਹੀ ਹੈ ਕਿ ਚੀਫ ਇਨਫੋਰਮੇਸ਼ਨ ਕਮਿਸ਼ਨ ਨੇ ਕਿਆ ਕਿਆ ਕੀਤਾ। ਸੋ ਦੇ ਵਿਲ ਫਾਈਨਲੀ ਲੇ ਇਟ ਇਨ ਦੀ ਪਾਰਲੀਮੈਂਟ। ਠੀਕ ਹੈ ਜੀ। ਸੀਆਈਸੀ ਦੀ ਟੈਨਿਓਰ ਜਿਹੜੀ ਹੈ ਉਹ ਹੁਣ ਫਿਕਸਡ ਨਹੀਂ ਰਹੀ ਹੈ। ਰੀਸੈਂਟਲੀ ਗਵਰਨਮੈਂਟ ਨੇ ਅਮੈਂਡਮੈਂਟ ਕੀਤੀ ਸੀ ਤੇ ਉੱਥੇ ਲਿਖ ਦਿੱਤਾ ਸੀ ਗਵਰਨਮੈਂਟ ਜਦ ਤੱਕ ਡਿਸਾਈਡ ਕਰੇਗੀ, ਜਿੰਨਾ ਵੀ ਟੈਨਿਓਰ ਡਿਸਾਈਡ ਕਰ ਸਕਦੀ ਹੈ ਹਰ ਸਾਲ ਸੀਆਈਸੀ ਦਾ, ਉਹ ਉਨੇ ਟਾਈਮ ਲਈ ਹੀ ਰਹੇਗੀ, ਔਰ ਅਪ ਟਿਲ ਦੀ ਮੈਕਸਿਮਮ ਏਜ ਆਫ 65 ਇਅਰਸ ਫॉर द ਮੈਂਬਰਸ। ਠੀਕ ਹੈ। ਸੋ ਇਹਦੇ ਲਈ ਕਾਫੀ ਕ੍ਰਿਟਿਸਿਜ਼ਮ ਹੁੰਦਾ ਹੈ। ਦਿਸ ਇਜ਼ ਦ ਰੀਸੈਂਟ ਅਮੈਂਡਮੈਂਟ ਦੈਟ ਹੈਜ਼ ਬੀਨ ਮੇਡ। ਇਹਦੇ ਨਾਲ ਕਿਹਾ ਜਾ ਰਿਹਾ ਹੈ ਕਿ ਸੀਆਈਸੀ ਦੀ ਇੰਡੀਪੈਂਡੈਂਸ ਨੂੰ ਹਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਦੇਖੋ ਕਿ ਅਗਰ ਕੋਈ ਇਹੋ ਜਿਹਾ ਇਨਫੋਰਮੇਸ਼ਨ ਕਮਿਸ਼ਨਰ ਆ ਜਾਏ ਜੋ ਗਵਰਨਮੈਂਟ ਦੇ ਲੈਟਸ ਸੇ ਇੰਟਰਸਟ 'ਚ ਕੰਮ ਨਹੀਂ ਕਰ ਰਿਹਾ, ਤਾਂ ਓਬਵੀਅਸਲੀ ਗਵਰਨਮੈਂਟ ਉਹਨੂੰ ਉਹਦੀ ਹੀ ਡਿਸੋਲਵ ਕਰ ਸਕਦੀ ਹੈ, ਬਿਕਾਜ਼ ਦ ਪਾਵਰ ਆਫ ਟੈਨਿਓਰ ਇਜ਼ ਵਿਦ ਗਵਰਨਮੈਂਟ, ਰਾਈਟ? ਸੋ ਦਿਸ ਫੀਚਰ ਇਜ਼ ਬੀਇੰਗ ਕ੍ਰਿਟਿਸਾਈਜ਼ਡ, ਦਿਸ ਨਿਊ ਅਮੈਂਡਮੈਂਟ ਇਜ਼ ਬੀਇੰਗ ਕ੍ਰਿਟਿਸਾਈਜ਼ਡ। ਉਸ ਤੋਂ ਬਾਅਦ ਅੱਛੀ ਗੱਲ ਇਹ ਹੈ ਕਿ ਕੋਈ ਰੀਅਪਾਇੰਟਮੈਂਟ ਨਹੀਂ ਹੈ, तो मैंबर्स ਨੂੰ ਇਹ ਲਾਲਚ ਨਹੀਂ ਹੋਏਗਾ ਕਿ ਅਗਰ ਉਹ ਗਵਰਨਮੈਂਟ ਲਈ ਕੰਮ ਕਰਨਗੇ ਤਾਂ ਉਹਨਾਂ ਦੀ ਰੀਅਪਾਇੰਟਮੈਂਟ ਹੋਏਗੀ, ਐਸਾ ਨਹੀਂ ਹੋਏਗਾ। ਠੀਕ ਹੈ। ਇੰਡੀਪੈਂਡੈਂਸ ਲਈ ਇਹ ਪ੍ਰੋਵੀਜ਼ਨ ਬਣਾਈ ਗਈ ਹੈ, ਰਾਈਟ? ਥੀਸ ਆਰ ਦ ਬੇਸਿਕ ਡਿਟੇਲਸ, ਇਹਨਾਂ ਨੂੰ ਯਾਦ ਰੱਖੋ, ਪ੍ਰੀਜ਼ 'ਚ ਕੁਐਸਚਨ ਆ ਸਕਦਾ ਹੈ। ਪਾਵਰਸ ਤੇ ਫੰਕਸ਼ਨ, ਜਿਵੇਂ ਆਪਾਂ ਕਹੀਏ ਸੀਆਈਸੀ ਦਾ ਕਿਆ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਹੁਣ ਆਪਣਾ ਸਿਟੀਜ਼ਨ ਅਧਿਕਾਰ ਹੈ, ਨਾਗਰਿਕ ਦਾ ਅਧਿਕਾਰ ਹੈ। ਉਹਦੇ ਨਾਲ ਰਿਲੇਟਡ ਕੋਈ ਵੀ ਇਸ਼ੂ ਹੋਵੇ, ਕੋਈ ਵੀ ਕੰਪਲੇਂਟ ਆਵੇ, ਉਹਦੀ ਇਨਕੁਆਇਰੀ, ਉਹਦੀ ਕੰਪਲੇਂਟ ਨੂੰ ਰਿਸੀਵ ਕਰਨਾ, ਉਹ ਸਭ ਸੀਆਈਸੀ ਕੋਲ ਹੁੰਦਾ ਹੈ, ਰਾਈਟ? ਹੁਣ ਅਗਰ ਕਿਸੇ ਮੈਟਰ 'ਚ ਸੂ ਮੋਟੋ ਯਾਨੀ ਕਿ ਖੁਦ ਵੀ ਇੱਕ ਕੇਸ ਚੱਕ ਸਕਦੀ ਹੈ ਸੀਆਈਸੀ, ਅਗਰ ਇਹਨੂੰ ਲੱਗਦਾ ਹੈ ਕਿ ਕਿਸੇ ਜਗ੍ਹਾ ਤੇ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕੀਤੀ ਗਈ ਐਡਿਕੁਏਟਲੀ, ਕਿਸੇ ਵੀ ਮੈਟਰ 'ਚ ਇਨਕੁਆਇਰੀ ਇਹ ਬਿਠਾ ਸਕਦੇ ਆ ਆਪਦੇ ਲੈਵਲ ਤੇ, ਰਾਈਟ? ਉਸ ਤੋਂ ਬਾਅਦ ਸਿਵਲ ਕੋਰਟ ਵਾਲੀਆਂ ਪਾਵਰਸ ਹੁੰਦੀਆਂ ਇਹਨਾਂ ਕੋਲ, ਜਿਵੇਂ ਆਪਣੇ ਇੰਡੀਆ ਦੀ ਜੁਡੀਸ਼ਰੀ 'ਚ ਸਿਵਲ ਕੋਰਟ ਕੋਲ ਪਾਵਰਸ ਹੈ, ਉਹ ਸਾਰੀਆਂ ਸਿਮਿਲਰ ਇਹਨਾਂ ਕੋਲ ਪਾਵਰ ਹੋਣਗੀਆਂ, ਯਾਨੀ ਕਿ ਕਿਸੇ ਵੀ ਪਬਲਿਕ ਅਥਾਰਟੀ, ਪਬਲਿਕ ਪਰਸਨੈਲਿਟੀ ਨੂੰ ਸਮਨ ਕਰ ਸਕਦੇ ਹੈ, ਉਹਨਾਂ ਨੂੰ ਡਾਕੂਮੈਂਟ ਸਬਮਿਟ ਕਰਨ ਲਈ ਕਹਿ ਸਕਦੇ ਆ, ਉਹਨਾਂ ਨੂੰ ਆਨਸਰ ਦੇਣ ਲਈ ਕਹਿ ਸਕਦੇ ਆ, ਰਾਈਟ? ਆਲ ਆਫ ਦੀ ਸਿਵਲ ਕੋਰਟਸ ਪਾਵਰਸ ਆਰ देयर विद द सीआईसी। ठीक है। मतलब ये बहुत ही पावरफुल बॉडी है। अगर ये आपकी पावर्स सिग्निफिकेंट वे विच एक्चुअल वे विच यूज करन, then they can produce big results for the people। ट्रांसपेरेंसी ਦਾ ਬਹੁਤ ਵੱਡਾ ਟੂਲ ਜਿਹੜਾ ਹੈ, ਅਕਾਊਂਟੇਬਿਲਿਟੀ ਦਾ ਬਹੁਤ ਵੱਡਾ ਟੂਲ ਦੀ ਤਰ੍ਹਾਂ ਇਹ ਐਕਟ ਕਰ ਸਕਦੇ ਹੈ for the government, for the government authorities, right? ਡੈਮੋਕ੍ਰੇਸੀ ਨੂੰ ਸਟਰੈਂਥਨ ਕਰਨ ਵਿੱਚ ਇਹ ਹੈਲਪ ਕਰ ਸਕਦੇ ਹੈ, ਰਾਈਟ? ਇਹ ਇਹਦਾ ਸਿਗਨੀਫੀਕੈਂਸ ਹੈ, ਰਾਈਟ? देयर आर मैनी सिग्निफिकेंस, ਉਹ ਤੁਸੀਂ ਡਿਟੇਲ ਵਿੱਚ ਬਾਅਦ ਚ ਦੇਖ ਲਵਾਂਗੇ ਆਪਾਂ। ਠੀਕ ਹੈ। ਇਹੀ ਸੇਮ ਜਿਹੜੀਆਂ ਇਨਫੋਰਮੇਸ਼ਨ ਕਮਿਸ਼ਨਸ ਹੈ ਸਟੇਟ ਲੈਵਲ ਤੇ ਵੀ ਹੈ,
ਸਟੇਟ ਇਨਫੋਰਮੇਸ਼ਨ ਕਮਿਸ਼ਨ ਕਹਿੰਦੇ ਹੈ। ਸਿਮਿਲਰ ਹੀ ਪ੍ਰੋਸੈਸ ਹੈ, ਇੱਕ ਸਟੇਟ ਇਨਫੋਰਮੇਸ਼ਨ ਕਮਿਸ਼ਨਰ ਹੋਏਗਾ, 10 ਤੋਂ ਜ਼ਿਆਦਾ ਉਹਦੇ ਮੈਂਬਰਸ ਨਹੀਂ ਹੋਣੇ ਚਾਹੀਦੇ, ਰਾਈਟ। ਅਪਾਇੰਟਮੈਂਟ ਉਹੀ ਕਮੇਟੀ ਦੇ ਥਰੂ ਹੁੰਦੀ ਹੈ, 3 ਮੈਂਬਰ ਕਮੇਟੀ ਦੇ ਥਰੂ, ਜਿਹਦਾ ਚੇਅਰਪਰਸਨ ਸੀਐਮ ਹੁੰਦਾ ਹੈ, ਰਾਈਟ। ਇਸ ਤਰੀਕੇ ਨਾਲ ਗਵਰਨਰ ਜਿਹੜਾ ਹੈ ਫਾਈਨਲੀ ਅਪਾਇੰਟ ਕਰਦਾ ਹੈ। ਦੇ ਸਬਮਿਟ देयर ਰਿਪੋर्ट ਟੂ ਦ ਸਟੇਟ ਗਵਰਨਮੈਂਟ, ਰਾਈਟ, ਐਨੂਅਲ ਰਿਪੋर्ट ਦੇ ਗਿਵ। ਇਸ ਤਰੀਕੇ ਨਾਲ ਹੀ ਇਹਦੀਆਂ ਪ੍ਰੋਸੀਡਿੰਗਸ ਹੈ। ਠੀਕ ਹੈ ਜੀ। ਹੁਣ ਕਾਫੀ ਸਾਰੇ ਇਸ਼ੂਜ਼ ਤੁਹਾਨੂੰ ਐਨਾਲਿਸਿਸ ਆ ਸਕਦਾ ਹੈ CIC ਦਾ, ਜਿਹਦੇ ਵਿੱਚ ਤੁਸੀਂ ਇਹਦੇ ਪ੍ਰੋਜ਼ ਕਹਿ ਸਕਦੇ ਆ ਆਪਾਂ, ਜਾਂ ਇਹਦਾ ਸਿਗਨੀਫੀਕੈਂਸ ਲਿਖਣਾ ਹੋਣਾ ਹੈ। ਟ੍ਰਾਂਸਪੇਰੈਂਸੀ, ਅਕਾਊਂਟੇਬਿਲਿਟੀ ਵਧਾਉਣਾ, ਡੈਮੋਕ੍ਰੇਸੀ ਨੂੰ ਸਟਰੈਂਥਨ ਕਰਨਾ, ਲੋਕਾਂ 'ਚ ਟਰਸਟ ਬਿਲਡਅਪ ਕਰਨਾ, ਆਲ ਆਫ दैट ਯੂ ਕੈਨ ਰਾਈਟ ਹੇਅਰ। ਐਂਡ ਇਸ਼ੂਜ਼ ਵੀ ਲਿਖਣੇ ਆ ਸਕਦੇ ਹੈ ਐਨਾਲਿਸਿਸ ਦੇ ਵਿੱਚ। So all the issues you can write briefly, I'll discuss them, you can read them later. Delays, backlogs ਜਿਹੜੇ ਹੈ ਬਹੁਤ ਹੋ ਰਹੇ ਹੈ। ਜਿਹੜੀ CIC ਹੈ ਉਹਦੀ ਵੈਕੈਂਸੀਜ਼ ਹੀ ਇੰਨੀਆਂ ਜ਼ਿਆਦਾ ਹੈ ਕਿ ਉਹ ਇੰਨੇ ਕੇਸਿਸ ਉਹਨਾਂ 'ਚ ਫਾਈਲ ਹੋ ਰਹੇ, ਇੰਨੀ ਇਨਫੋਰਮੇਸ਼ਨ ਦੀ ਇਨਕੁਆਇਰੀਜ਼ ਕੰਪਲੇਂਟਸ ਹੈਗੀਆਂ ਹੈ ਕਿ ਦੇ ਆਰ ਨਾਟ ਏਬਲ ਟੂ ਫੁਲਫਿਲ ਦੋਜ਼ ਕੰਪਲੇਂਟਸ। ਇਸ ਲਈ ਡੀਲੇਜ਼, ਬੈਕਲੌਗਸ ਬਹੁਤ ਜ਼ਿਆਦਾ ਹੈ। ਪੈਨਲਟੀਜ਼ ਹਜੇ ਤੱਕ ਨਹੀਂ ਲੱਗੀ ਹੈ। ਇਹ ਕਹਿ ਰਹੇ ਕਿ ਬਹੁਤ ਸਾਰੇ ਕੇਸਿਸ ਵਿੱਚ ਕੋਈ ਪੈਨਲਟੀ ਹੀ ਨਹੀਂ ਲੱਗੀ ਹੈ ਅੱਜ ਤੱਕ। ਅਗਰ ਤੁਸੀਂ ਦੇਖੋ ਸਿਰਫ 2.2% ਕੇਸਿਸ ਵਿੱਚ ਪੈਨਲਟੀ CIC ਨੇ ਇੰਪੋਜ਼ ਕੀਤੀ ਹੈ। ਕਿਤੇ ਨਾ ਕਿਤੇ ਸ਼ੋ ਕਰ ਰਿਹਾ ਹੈ ਕਿ ਇਟ ਇਜ਼ ਨਾਟ ਵਰਕਿੰਗ ਮੇ ਬੀ ਇਫੈਕਟਿਵਲੀ, ਰਾਈਟ। ਵੈਕੈਂਸੀਜ਼ ਬਹੁਤ ਹਾਈ ਹੈ, ਸਟਾਫ ਵੈਕੈਂਸੀਜ਼ ਕਹੀਏ, ਈਵਨ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੀ ਇੰਨੀ ਦੇਰ ਲਈ ਕਦੀ ਕਦੀ ਤਾਂ ਅਪਾਇੰਟ ਨਹੀਂ ਹੁੰਦਾ। ਸਪੈਸ਼ਲੀ ਸਟੇਟਸ ਦਾ ਬਹੁਤ ਬੁਰਾ ਹਾਲ ਹੈ। ਅਗਰ ਹੈਡ ਹੀ ਨਹੀਂ ਹੋਏਗਾ ਅਥਾਰਟੀ ਦਾ, ਉਹ ਇਫੈਕਟਿਵਲੀ ਵਰਕ ਕਿਵੇਂ ਕਰੇਗੀ, ਰਾਈਟ। ਸੋ ਅੰਡਰ ਸਟਾਫਿੰਗ ਹੈ, ਸਟਾਫ ਪ੍ਰੋਪਰ ਨਹੀਂ ਹੈ, ਵੈਕੈਂਸੀਜ਼ ਬਹੁਤ ਹਾਈ ਹੈ, ਵਰਕ ਨਹੀਂ ਕਰ ਪਾਣਗੇ। ਅਗਰ ਉਹਨਾਂ ਨੂੰ 50 ਲੋਕ ਚਾਹੀਦੇ ਹੈ ਹਰ ਦਿਨ ਦਾ ਕੰਮ ਕਰਨ ਲਈ, ਐਂਡ ਦੇ ਹੈਵ ਜਸਟ 10 ਪੀਪਲ, ਤਾਂ ਓਬਵੀਅਸਲੀ ਸਲੋ ਹੋ ਜਾਏਗਾ, ਡਿਲੇਸ ਹੋਣਗੇ, ਬੈਕਲੌਗਸ ਹੋਣਗੇ, ਰਾਈਟ। ਲੈਕ ਆਫ ਟਰਾਂਸਪੇਰੈਂਸੀ ਇਨ ਸਿਲੈਕਸ਼ਨ ਵਗੈਰਾ 'ਚ, ਠੀਕ ਹੈ, ਕੌਣ ਬੰਦੇ ਸਿਲੈਕਟ ਹੋ ਰਿਹਾ ਹੈ, ਇਹਦੀ ਇੰਡੀਪੈਂਡੈਂਸ ਕਿਆ ਹੈ CIC ਦੀ, ਸਪੈਸ਼ਲੀ ਅਮੈਂਡਮੈਂਟ ਤੋਂ ਬਾਅਦ ਇਸ਼ੂਜ਼ ਆ ਰਹੇ ਨੇ। ਬਹੁਤ ਸਾਰੀ ਪਾਰਟੀਜ਼ ਜਾਂ ਪਬਲਿਕ ਅਥਾਰਟੀਜ਼ ਹਜੇ ਆਪਦੇ ਆਪ ਨੂੰ RTI ਦੇ ਅੰਡਰ ਨਹੀਂ ਮੰਨਦੀਆਂ, ਜਿਵੇਂ ਕਿ ਪੋਲੀਟੀਕਲ ਪਾਰਟੀਜ਼ ਦੇ ਆਰ ਡਿਨਾਈਂਗ ਟੂ ਕਮ ਅੰਡਰ RTI, ਤਾਂ ਇਹ ਵੀ ਇੱਕ ਬਹੁਤ ਵੱਡੀ ਵੀਕਨੈਸ ਹੈ। ਵਿਸਲ ਬਲੋਅਰ ਪ੍ਰੋਟੈਕਸ਼ਨ ਨਹੀਂ ਹੈ। ਅਗਰ ਕੋਈ ਇਨਫੋਰਮੇਸ਼ਨ ਲੈ ਕੇ ਇਨਫੋਰਮੇਸ਼ਨ ਨੂੰ ਡਿਸਕਲੋਜ਼ ਕਰਨਾ ਚਾਹੁੰਦਾ ਹੈ ਤਾਂ ਉਹ ਬੰਦੇ ਦੀ ਜਾਨ ਤੇ ਰਿਸਕ ਰਹਿੰਦਾ ਹੈ। ਵਿਸਲ ਬਲੋਅਰ ਪ੍ਰੋਟੈਕਸ਼ਨ ਰਿਮੇਨਸ ਵੀਕ, ਇਸ ਲਈ ਓਵਰਆਲ CIC ਦਾ ਰੋਲ ਵੀ ਵੀਕ ਰਹਿੰਦਾ ਹੈ, ਰਾਈਟ। ਇਹ ਜਿਹੇ ਬਹੁਤ ਸਾਰੇ ਪੁਆਇੰਟਸ ਤੁਸੀਂ ਇਸ 'ਚ ਲਿਖ ਸਕਦੇ ਹੋ। I'll soon be starting the governance course, ਉਸ 'ਚ ਮੈਂ ਡਿਟੇਲ ਵਿੱਚ ਡਿਸਕਸ ਕਰਾਂਗੀ, but for now this is how you can use the information to write your answers. ਠੀਕ ਹੈ ਜੀ। ਨੈਕਸਟ ਟੌਪਿਕ ਕਰਦੇ ਹਾਂ, ਇੰਡੀਆ ਅਮੰਗ ਟੌਪ ਕੰਟਰੀਜ਼ ਵਿਦ ਹਾਈ ਇਨਕਮ ਵੈਲਥ ਇਨਇਕੁਐਲਿਟੀ। ਸੋ UNDP, ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਦੀ ਨਵੀਂ ਰਿਪੋਰਟ ਆਈ ਹੈ, ਵਿਚ ਇਜ਼ ਏਸ਼ੀਆ ਪੈਸੀਫਿਕ ਹਿਊਮਨ ਡਿਵੈਲਪਮੈਂਟ ਰਿਪੋਰਟ। ਏਸ਼ੀਆ ਪੈਸੀਫਿਕ ਰੀਜਨ ਦੀ ਹਿਊਮਨ ਡਿਵੈਲਪਮੈਂਟ ਰਿਪੋਰਟ ਹੈ। ਸੋ ਇਹ ਰਿਪੋਰਟ ਨੇ ਫਾਈਂਡ ਆਊਟ ਕੀਤਾ ਹੈ ਕਿ ਇੰਡੀਆ ਵਨ ਦ ਲੀਡਿੰਗ ਕੰਟਰੀ ਹੈ ਜਿਹਦੇ ਵਿੱਚ ਇਨਕਮ ਤੇ ਵੈਲਥ ਇਨਇਕੁਐਲਿਟੀ ਜਿਹੜੀ ਹੈ ਕਾਫੀ ਜ਼ਿਆਦਾ ਹਾਈ ਹੈ, ਰਾਈਟ। ਕਿ ਗਰੀਬ ਜੋ ਹੈ ਬਹੁਤ ਗਰੀਬ ਹੈ, ਅਮੀਰਾਂ ਕੋਲ ਬਹੁਤ ਜ਼ਿਆਦਾ ਪੈਸਾ ਹੈ। the difference, the gap that is there between the rich and the poor, that is huge. ਠੀਕ ਹੈ ਜੀ। ਇਸੇ ਲਈ ਤੁਸੀਂ ਦੇਖੋ ਜਿਹੜੇ ਅਮੀਰ ਲੋਕ ਹੈ ਉਹ ਕਰੋੜਾਂ ਰੁਪਏ ਆਪਦੀਆਂ ਸ਼ਾਦੀਆਂ ਤੇ ਲਗਾ ਦਿੰਦੇ ਆ। ਅੰਬਾਨੀ ਦਾ ਦੇਖੋ 800 ਕਰੋੜ, ਪਤਾ ਨਹੀਂ ਕਿੰਨਾ ਪੈਸਾ ਉਹਨਾਂ ਨੇ ਆਪਦੇ ਬੇਟੀ ਦੇ ਸ਼ਾਦੀ ਤੇ ਲਗਾਇਆ। But there are many people in India who are not even getting their basic, living amenities like food, shelter, clothing for themselves, right? This is what this report is talking about. ठीक है। सो ਇਨਕਮ ਤੇ ਵੈਲਥ ਇਨਕੁਐਲਿਟੀ, ਇੰਡੀਆ ਟੌਪ ਕੰਟਰੀ ਇਮਰਜ ਹੋਈ ਹੈ ਪੂਰੇ ਏਸ਼ੀਆ 'ਚ। ਅਗਰ ਤੁਸੀਂ ਦੇਖੋ ਐਜ਼ ਅ ਸਟੇਟਮੈਂਟ, ਐਜ਼ ਅ ਫੈਕਟ ਇਹਨੂੰ ਯੂਜ਼ ਕਰ ਸਕਦੇ ਹੋ ਤੁਸੀਂ, ਰਾਈਟ। ਬਟ ਇੱਕ ਪੋਜ਼ਿਟਿਵ ਇੰਡੀਕੇਟਰ ਜਿਹੜਾ ਆਇਆ ਹੈ ਇਸ ਰਿਪੋਰਟ 'ਚ, ਉਹ ਕਹਿ ਰਿਹਾ ਹੈ ਕਿ ਮਲਟੀ ਡਿਮੈਂਸ਼ਨਲ ਪੋਵਰਟੀ 'ਚ ਜਿਹੜੀ ਪੋਪੂਲੇਸ਼ਨ ਇੰਡੀਆ ਦੀ ਰਹਿ ਰਹੀ ਹੈ ਉਹ ਰਿਡਿਊਸ ਹੋਈ ਹੈ। 2015 ਵਿੱਚ 25% ਲੋਕ ਇੰਡੀਆ ਦੇ ਮਲਟੀ ਡਾਇਮੈਂਸ਼ਨਲ ਪੋਵਰਟੀ 'ਚ ਰਹਿ ਰਹੇ ਸੀ, ਬਟ ਹੁਣ ਉਹ ਘਟ ਕੇ 15% ਤੇ ਆ ਚੁੱਕੀ ਹੈ, right? So this is a positive indicator that we can use. This is a highly negative indicator that we can use in our essays and answers, right? ਸਭ ਤੋਂ ਜ਼ਿਆਦਾ ਪਾਵਰਟੀ ਦਾ ਰਿਸਕ ਦੇਖੋ ਵਿਮਨ 'ਚ ਫਾਲ ਕਰਦਾ ਹੈ, ਇਨਫਾਰਮਲ ਵਰਕਰਸ 'ਚ ਫਾਲ ਕਰਦਾ ਹੈ। ਮਤਲਬ ਇਹ ਪਾਵਰਟੀ 'ਚ ਫਾਲ ਕਰਨਾ ਬਹੁਤ ਈਜ਼ੀਲੀ ਫਾਲ ਕਰ ਸਕਦੇ ਹੈ। ਵਿਮਨ ਕਿਉਂ? ਕਿਉਂਕਿ ਜ਼ਿਆਦਾਤਰ ਵਰਕਿੰਗ ਨਹੀਂ ਹੁੰਦੀਆਂ ਜਾਂ ਇਹਨਾਂ ਦੀ ਪੇ ਲੈਵਲਸ ਬਹੁਤ ਲੋ ਹੁੰਦੀਆਂ ਹੈ। ਇਨਫਾਰਮਲ ਵਰਕਰਸ ਜਿਵੇਂ ਕਿ ਮਾਈਗ੍ਰੈਂਟ ਵਰਕਰਸ ਦੇਖੋ, ਜਾਂ ਜਿਨ੍ਹਾਂ ਨੂੰ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਮਿਲਦੀ, ਓਬਵੀਅਸਲੀ ਥੋੜਾ ਜਿਹਾ ਪੈਸਾ ਮਿਲਦਾ ਹੈ, ਕਦੋਂ ਵੀ ਕੱਢੇ ਜਾ ਸਕਦੇ ਹੈ ਜੌਬ ਤੋਂ, ਐਂਡ ਦੇ ਵਿਲ ਬੀ ਜੌਬਲੈਸ, ਹੋਮਲੈਸ ਐਂਡ get into poverty. ਇਹੀ ਇੰਟਰਸਟੇਟ ਮਾਈਗ੍ਰੈਂਟਸ ਦਾ ਹਾਲ ਹੈ, ਰਾਈਟ। ਸੋ these are the most vulnerable groups. ਠੀਕ ਹੈ। ਐਜ਼ ਅ ਪਰਸਪੈਕਟਿਵ ਇਹਨੂੰ ਐਸੇ 'ਚ ਯੂਜ਼ ਕਰ ਸਕਦੇ ਹੋ। ਦਿਸ ਇਜ਼ ਆਲਸੋ ਅ ਗੁੱਡ ਪੁਆਇੰਟ ਟੂ ਰਿਮੈਂਬਰ।
ਰਾਈਟ। ਸੋ ਇਸੇ ਤਰੀਕੇ ਨਾਲ ਇਹੀ ਕਿਹਾ ਜਾ ਰਿਹਾ ਹੈ ਕਿ ਸਾਨੂੰ ਹੁਣ ਹਿਊਮਨ ਡਿਵੈਲਪਮੈਂਟ ਤੇ ਫੋਕਸ ਕਰਨਾ ਚਾਹੀਦਾ ਹੈ ਅਗਰ ਅਸੀਂ ਇਨਇਕੁਐਲਿਟੀ ਪਾਵਰਟੀ ਘਟਾਉਣਾ ਚਾਹੁੰਦੇ ਹਾਂ। ਹਿਊਮਨ ਡਿਵੈਲਪਮੈਂਟ ਮਤਲਬ ਐਜੂਕੇਸ਼ਨ, ਹੈਲਥ, ਨਿਊਟ੍ਰੀਸ਼ਨ ਤੇ ਸਕਿੱਲ ਡਿਵੈਲਪਮੈਂਟ। ਅਗਰ ਇਹਨਾਂ 3 ਤੋਂ 4 ਚੀਜ਼ਾਂ ਤੇ ਅਸੀਂ ਕੰਮ ਕਰਦੇ ਹਾਂ, ਅਸੀਂ ਆਪਦੀ ਵਰਕਫੋਰਸ ਸਪੈਸ਼ਲੀ ਯੂਥ ਨੂੰ ਜਿਹੜਾ ਇੰਡੀਆ 'ਚ ਡੈਮੋਗ੍ਰਾਫਿਕ ਡਿਵੀਡੈਂਡ ਹੈ ਉਹਨੂੰ ਅੱਛੇ ਤਰੀਕੇ ਨਾਲ ਚੈਨਲਾਈਜ਼ ਕਰ ਪਾਵਾਂਗੇ। Right? So keep this data with you, the report findings with you. You can use them in essays, answers, case studies, everywhere you can use it in your answers. Next है अच्छी एग्जाम्पल है BSF। BSF ਜਿਹੜੀ ਹੈ ਆਪਣੀ ਬਾਰਡਰ ਗਾਰਡਿੰਗ ਫੋਰਸ ਹੈ, ਇਹਨੇ ਨया ਇਨੀਸ਼ੀਏਟਿਵ ਲਿੱਤਾ ਹੈ ਬਾਂਗਲਾਦੇਸ਼ ਬਾਰਡਰ ਤੇ। ਦੇਖੋ ਇੰਡੀਆ ਬਾਂਗਲਾਦੇਸ਼ ਬਾਰਡਰ ਤੇ ਕਾਫੀ ਸਾਰੇ ਇਸ਼ੂਜ਼ ਰਹਿੰਦੇ ਹੈਗੇ, कैटल स्मगलिंग, ड्रग स्मगलिंग, करंसी स्मगलिंग, विमेन स्मगलिंग, ਹਿਊਮਨ ਟ੍ਰੈਫਿਕਿੰਗ, ਬਹੁਤ ਸਾਰੇ ਇਹੋ ਜਿਹੇ ਕੇਸਿਸ ਜਿਹੜੇ ਇੱਥੇ ਪਾਏ ਜਾਂਦੇ ਹੈ। ਕਿਉਂਕਿ ਦੇਖੋ ਬਾਰਡਰ ਇੰਨਾ ਵੱਡਾ ਹੈ, ਸਾਰੇ ਬਾਰਡਰ ਤੇ ਧਿਆਨ ਰੱਖਣਾ, ਫੋਰਸਿਸ ਨੂੰ ਡਿਪਲੋਏ ਕਰਨਾ ਮੁਸ਼ਕਿਲ ਹੁੰਦਾ ਹੈ। ਫੈਂਸਿੰਗ ਕਰਨਾ ਵੀ ਮੁਸ਼ਕਿਲ ਹੈ ਕਿਉਂਕਿ ਕਿਤੇ ਰਿਵਰਸ ਜਾਂਦੀਆਂ ਹੈ, ਕਿਤੇ ਘਨੇ ਫੋਰੈਸਟ ਨੇ, ਤਾਂ ਫੈਂਸਿੰਗ ਕਰਨਾ ਵੀ ਮੁਸ਼ਕਿਲ ਹੈ। ਅਗਰ ਫੈਂਸਿੰਗ ਕਰ ਵੀ ਦਿੰਦੇ ਹੈ ਤਾਂ ਜਿਹੜੇ ਇਹ ਸਮਗਲਰਸ ਵਗੈਰਾ ਹੁੰਦੇ ਹੈ, ਦੇ ਕੱਟ ਦੀ ਫੈਂਸਿਸ ਆਲਸੋ ਮੈਨੀ ਟਾਈਮਸ। ਤਾਂ ਫਿਰ ਇਸੇ ਲਈ ਕ੍ਰਾਸ ਬਾਰਡਰ ਕ੍ਰਾਈਮ ਨੂੰ ਘਟਾਉਣ ਲਈ, ਕ੍ਰਾਸ ਬਾਰਡਰ ਇਸ਼ੂਜ਼ ਨੂੰ ਘਟਾਉਣ ਲਈ ਹੁਣ ਨया ਇਨੀਸ਼ੀਏਟਿਵ BSF ਨੇ ਲਿੱਤਾ ਹੈ, and that is installing B boxes on the India-Bangladesh border। ਸਪੈਸ਼ਲੀ ਕੋਲਕਾਤਾ ਜਾਂ ਵੈਸਟ ਬੰਗਾਲ ਵਾਲੇ ਸੈਕਟਰ ਵਿੱਚ ਇਹ ਕੀਤਾ ਗਿਆ ਹੈ, ਇਸ ਏਰੀਆ ਦੇ ਵਿੱਚ ਕਿ B ਬਾਕਸਿਸ ਰੱਖ ਦਿੱਤੇ ਗਏ ਨੇ। ਇੱਥੇ ਬਹੁਤ ਜ਼ਿਆਦਾ ਮਧੂਮੱਖੀਆਂ ਜਿਹੜੀਆਂ ਹੈ ਰੱਖ ਦਿੱਤੀਆਂ ਜਾਣਗੀਆਂ ਅਲੋਂਗ ਦੀ ਬਾਰਡਰ। ਯਾਨੀ ਕਿ ਅਗਰ ਕੋਈ ਆਮ ਦੀ ਗਲਤੀ ਨਾਲ ਕੋਸ਼ਿਸ਼ ਵੀ ਕਰੇਗਾ ਤਾਂ ਬੀਜ਼ ਉਹਨਾਂ ਨੂੰ ਮਤਲਬ ਬੁਰੀ ਹਾਲਤ ਉਹਨਾਂ ਦੀ ਕਰ ਦੇਣਗੀਆਂ। ਇਟ ਮਾਈਟ ਐਕਟ ਐਜ਼ ਅ ਡੈਟਰੈਂਟ or for this cross border different crimes that are happening along the border, right? So एक अच्छा इनिशिएटिव है border management ਵਿੱਚ ਇਹਦੀ ਐਗਜ਼ਾਮਪਲ ਤੁਸੀਂ ਯੂਜ਼ ਕਰ ਸਕਦੇ ਹੋ। ਬੰਗਲਾਦੇਸ਼ ਨਾਲ ਦੇਖੋ ਇੰਡੀਆ ਦਾ 4000 ਕਿਲੋਮੀਟਰ ਤੋਂ ਵੀ ਜ਼ਿਆਦਾ ਦਾ ਬਾਰਡਰ ਹੈ, ਸੋ ਉਹਦੀ ਪ੍ਰੋਟੈਕਸ਼ਨ ਲਈ ਇੱਕ ਇਨੋਵੇਟਿਵ ਮੈਥਡ ਹੈ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਅੰਡਰ ਇਹ ਇਨੀਸ਼ੀਏਟਿਵ BSF ਨੇ ਲਿੱਤਾ ਹੈ। now BSF ਇਹ ਵੀ ਟਰਾਈ ਕਰ ਰਹੀ ਹੈ, ਆਯੂਸ਼ ਮਿਨਿਸਟਰੀ ਤੋਂ ਉਹਨਾਂ ਨੇ ਪੁੱਛਿਆ ਹੈ ਕਿ ਕੁਝ ਇਹੋ ਜਿਹੇ ਮੈਡੀਸਿਨਲ ਪਲਾਂਟਸ ਸਾਨੂੰ ਰਿਕਮੈਂਡ ਕਰੋ ਜਿਹੜੇ ਅਸੀਂ ਇਹ ਬਾਰਡਰ ਤੇ ਪਲਾਂਟ ਕਰ ਸਕੀਏ, ਤਾਂ ਕਿ ਬੀਜ਼ ਜਿਹੜੀਆਂ ਹੈ ਉਹਨਾਂ ਪਲਾਂਟਸ ਦੇ ਉੱਤੇ ਖੁਦ ਪੋਲੀਨੇਟ ਕਰਕੇ ਵਧਣ ਤੇ ਉੱਥੇ ਹੋਰ ਜ਼ਿਆਦਾ ਪ੍ਰੋਟੈਕਸ਼ਨ ਦੇ, right? So this is a good initiative as an example in border management you can use, right? Basically that is the purpose of this news. Finally, India offers 7 copters to Philippines amid island nations soaring ties with China, right? So ਹੁਣ ਦੇਖੋ we are I hope ਕਿ ਤੁਸੀਂ international relations ਦੇ basics ਜਿਹੜੇ ਆ ਪੜ੍ਹੇ ਹੋਣਗੇ। You will know about the idea of South China Sea। ਇੱਥੇ ਚਾਈਨਾ ਜਿਹੜਾ ਹੈ ਕਾਫੀ ਅਗਰੈਸਿਵ ਰਹਿੰਦਾ ਹੈ। ਬਹੁਤ ਸਾਰੀ ਅਦਰ ਕੰਟਰੀਜ਼ ਲਾਈਕ ਵੀਅਤਨਾਮ, ਫਿਲੀਪੀਨਸ, ਬਰੂਨਈ, ਇੰਡੋਨੇਸ਼ੀਆ, ਮਲੇਸ਼ੀਆ, ਇਹੋ ਜਿਹੀ ਬਹੁਤ ਸਾਰੀ ਕੰਟਰੀਜ਼ ਹੈ ਜਿਨ੍ਹਾਂ ਦੀ ਰਾਈਟਸ ਤੇ ਕਲੇਮਸ ਨੂੰ ਇਹ ਕੰਸੀਡਰ ਨਹੀਂ ਕਰਦਾ। ਇਹਨੇ ਆਪਦੀ ਇੱਕ 9 ਡੈਸ਼ਡ ਲਾਈਨ declare ਕਰ ਦਿੱਤੀ ਹੈ। everything under the 9 dashed line belongs to Chinese territory as per China, right? But the other neighboring countries, they do not consider these statements as true. Even the world community does not consider 9 dash line as legal, right? So ਇਸੇ ਲਈ ਕਿਆ ਹੁੰਦਾ ਹੈ, ਚਾਈਨਾ ਦਾ ਕਨਫਲਿਕਟ ਰੈਗੂਲਰਲੀ ਰਹਿੰਦਾ ਹੈ, ਚਾਈਨਾ ਸੋਵਰੈਨਿਟੀ ਵਾਇਲੇਟ ਕਰਦਾ ਰਹਿੰਦਾ ਹੈ, ਵੀਅਤਨਾਮ ਹੋਵੇ, ਫਿਲੀਪੀਨਸ ਹੋਵੇ, ਜਾਂ all these neighboring countries that are there ਜਿਨ੍ਹਾਂ ਦੇ ਕਾਊਂਟਰ ਕਲੇਮਸ ਹੈ ਚਾਈਨਾ ਦੀ 9 ਡੈਸ਼ ਲਾਈਨ ਦੇ ਵਿੱਚ ਇਨ ਦ ਸਾਊਥ ਚਾਈਨਾ ਸੀ, ਰਾਈਟ? ਸੋ ਇਹਨਾਂ ਨਾਲ ਰਿਲੇਸ਼ਨਸ ਹੁਣ ਅਗਰ ਇੰਡੀਆ ਸਟਰੈਂਥਨ ਕਰੇਗਾ, ਇਟ ਕੈਨ ਬੀ ਜੀਓ ਸਟ੍ਰੈਟੇਜਿਕਲੀ ਇੰਪੋਰਟੈਂਟ ਫॉर ਇੰਡੀਆ। ਸਾਊਥ ਚਾਈਨਾ ਸੀ ਦੇ ਵਿੱਚ ਆਪਦੀ ਪ੍ਰੈਜ਼ੈਂਸ ਰੱਖਣਾ ਇੰਡੀਆ ਲਈ ਬਹੁਤ ਇੰਪੋਰਟੈਂਟ ਹੈ। ਜਿਵੇਂ ਦੇਖੋ ਚਾਈਨਾ ਹਮੇਸ਼ਾ ਪਾਕਿਸਤਾਨ ਨਾਲ ਦੋਸਤੀ ਕਰਕੇ ਰੱਖਦਾ ਤਾਂ ਕਿ ਇੰਡੀਆ ਦੇ ਨੱਕ 'ਚ ਦਮ ਕਰ ਸਕੇ। ਇਸੇ ਤਰੀਕੇ ਲਈ ਇੰਡੀਆ ਲਈ ਵੀ ਇੰਪੋਰਟੈਂਟ ਹੈ ਕਿ ਇਹੋ ਜਿਹੀ ਕੰਟਰੀਜ਼ ਨਾਲ ਸਾਂਝ ਪਾਏ ਜਿਹੜੇ ਕਿ ਜਿਨ੍ਹਾਂ ਦੀ ਚਾਈਨਾ ਨਾਲ ਨਹੀਂ ਬਣਦੀ। ਸੋ ਅਸੀਂ ਇਹਨਾਂ ਸਭ ਕੰਟਰੀਜ਼ ਨਾਲ ਆਪਦੇ ਰਿਲੇਸ਼ਨਸ ਡੀਪਨ ਕਰ ਰਹੇ ਹਾਂ। ਸੋ ਇਹ ਲੇਟੈਸਟ ਮੂਵ ਇਜ਼ ਵਿਦ ਫਿਲੀਪੀਨਸ। 7 ਹੈਲੀਕਾਪਟਰਸ ਆਪਾਂ ਇਹਨਾਂ ਨੂੰ ਦੇ ਰਹੇ ਹਾਂ, ਆਲਦੋ ਆਪਾਂ ਕਿਸੇ ਕੰਟਰੀ ਦੇ ਖਿਲਾਫ ਨਹੀਂ ਦੇ ਰਹੇ, ਵੀ ਆਰ ਜਸਟ ਗਿਵਿੰਗ ਇਟ ਟੂ ਹੈਲਪ them ਇਹਨਾਂ ਦੇ ਡਿਜ਼ਾਸਟਰਸ ਜਾਂ ਅਦਰ ਸਿਕਿਉਰਿਟੀ ਮੈਨੇਜਮੈਂਟ ਦੇ ਐਫਰਟਸ ਲਈ ਅਸੀਂ ਇਹਨਾਂ ਨੂੰ ਇਹ ਦੇ ਰਹੇ ਹਾਂ। ਫਿਲੀਪੀਨਸ ਕੋਸਟ ਗਾਰਡ ਨੂੰ ਆਪਾਂ 7 ਹੈਲੀਕਾਪਟਰਸ ਦਿੱਤੇ ਹੈ ਤਾਂ ਕਿ ਆਪਦੀ ਸਿਕਿਉਰਿਟੀ ਡਿਜ਼ਾਸਟਰ ਪ੍ਰੀਵੈਂਸ਼ਨ ਤੇ ਵਰਕ ਕਰ ਸਕਣ।
ਰਾਈਟ। ਦੇਖੋ ਫਿਲੀਪੀਨਸ ਦੇ ਨਾਲ ਪਾਸਟ 'ਚ ਵੀ ਇੱਕ ਬਹੁਤ ਇੰਪੋਰਟੈਂਟ ਕੰਟਰੈਕਟ ਹੋ ਚੁੱਕਿਆ ਹੈ। ਬ੍ਰਹਮੋਸ ਮਿਸਾਈਲ ਹੈ, ਉਹਦੀਆਂ 3 ਬੈਟਰੀਜ਼ ਜਿਹੜੀਆਂ ਹੈ, ਉਹ ਇੰਡੀਆ ਵਿਲ ਬੀ ਸਪਲਾਈਂਗ ਟੂ ਫਿਲੀਪੀਨਸ ਐਟ ਅ ਕਾਸਟ ਆਫ 375 ਮਿਲੀਅਨ। ਰਾਈਟ। ਸੋ ਮਤਲਬ ਕਿਆ ਹੈ, ਇੰਡੀਆ ਜਿਹੜਾ ਹੈ ਸਾਊਥ ਚਾਈਨਾ ਸੀ ਦੇ ਵਿੱਚ ਦੀ ਪ੍ਰੈਜ਼ੈਂਸ ਰੱਖਣ ਲਈ ਕਾਫੀ ਇੰਪੋਰਟੈਂਟ ਸਟੈਪਸ ਲੈ ਰਿਹਾ ਹੈ। ਦਿਸ ਇਜ਼ ਦ ਲੇਟੈਸਟ ਸਟੈਪ ਇਨ ਦੈਟ ਡਾਇਰੈਕਸ਼ਨ। ਠੀਕ ਹੈ ਜੀ। ਇੰਟਰਨੈਸ਼ਨਲ ਰਿਲੇਸ਼ਨਸ 'ਚ ਇਹ ਬਹੁਤ ਇੰਪੋਰਟੈਂਟ ਐਗਜ਼ਾਮਪਲ ਹੈ। ਅਗਰ ਤੁਸੀਂ ਇੰਡੋ ਪੈਸਿਫਿਕ ਸਾਊਥ ਚਾਈਨਾ ਸੀ ਪੜ੍ਹਿਆ ਹੈ, ਯੂ ਵਿਲ ਰਿਅਲਾਈਜ਼ ਦਿਸ ਸਿਗਨੀਫਿਕੈਂਸ। ਰਾਈਟ। That is all for today. If you have any doubt, query, you want to discuss anything about your preparation, just WhatsApp us on this number या Telegram करो या WhatsApp करो। कई बार फोन नहीं ਚੱਲਦਾ, ਨੈਟਵਰਕ ਏਰੀਆ 'ਚ ਆਪਾਂ ਨਹੀਂ ਹੁੰਦੇ ਹੈ, ਤਾਂ WhatsApp is the best medium। ਕਦੀ ਨਾ ਕਦੀ ਤਾਂ ਤੁਹਾਡਾ ਮੈਸੇਜ ਸਾਡੇ ਕੋਲ ਪਹੁੰਚੇਗਾ ਹੀ, and we will definitely reply to that। So just message us on this number, we'll be there to assist you, and do consider joining the course। World history ਦਾ ਤੁਹਾਡਾ ਕਾਫੀ relevant syllabus ਅਸੀਂ cover ਕਰਾਂਗੇ। All these courses are very relevant for you। Decide what is your need, ਤੁਸੀਂ ਕਿਸ level ਤੇ ਹੋ। You can also discuss with me ਕਿ ਤੁਹਾਨੂੰ ਕਿਸ ਚੀਜ਼ 'ਚ best possible resources ਮਿਲ ਸਕਦੇ ਹੈ, and then you can streamline your preparation। Right? That is all for today। Thank you so much for joining।